ਸਤਿ ਸ੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਭਾਸ਼ਣ ਦੌਰਾਨ ਬੋਲੇ ਬਾਈਡਨ, ਮੈਨੂੰ ਕੈਂਸਰ ਹੈ। ਅਮਰੀਕੀ ਸੈਨੇਟ ਦੀ ਕਮੇਟੀ ਵੱਲੋਂ ਭਾਰਤ ਨਾਲ ਰੱਖਿਆ ਸਾਂਝੇਦਾਰੀ ਮਜ਼ਬੂਤ ਕਰਨ ਦੀ ਮੰਗ। ਅਮਰੀਕੀ ਹਵਾਈ ਫੌਜ ਵਿੱਚ ਭਰਤੀ ਹੋਇਆ ਦਸਤਾਰਧਾਰੀ ਸਿੱਖ ਗੁਰਸ਼ਰਨ ਸਿੰਘ। ਆਸਟ੍ਰੇਲੀਆ ਵਿੱਚ ਸਫਾਈ ਮੁਲਾਜ਼ਮਾਂ ਦੀ ਭਾਰੀ ਕਮੀ। ਦੁਨੀਆ ਭਰ ਵਿੱਚ ਮੰਕੀ ਪਾਕਸ ਦੇ 14,000 ਮਾਮਲੇ। ਹੁਣ ਖਬਰਾਂ ਦਾ ਵਿਸਥਾਰ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਤੋਂ ਭਾਸ਼ਣ ਦੇਣ ਸਮੇਂ ਅਕਸਰ ਗਲਤੀਆਂ ਹੋ ਜਾਂਦੀਆਂ ਨੇ। ਇਸ ਤੋਂ ਪਹਿਲਾਂ ਵੀ ਕਈ ਵਾਰ ਉਹਨਾਂ ਦੇ ਅਜਿਹੇ ਵੀਡੀਓ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਵਿੱਚ ਉਹਨਾਂ ਨੇ ਭਾਸ਼ਣ ਦਿੰਦੇ ਹੋਏ ਗਲਤੀ ਕੀਤੀ ਹੈ। ਪਰ ਬਾਈਡਨ ਨੇ ਬੁੱਧਵਾਰ ਨੂੰ ਜੋ ਕਿਹਾ ਉਹ ਸੁਣ ਕੇ ਲੋਕ ਡਰ ਗਏ। ਆਪਣੇ ਭਾਸ਼ਣ ਵਿੱਚ ਬਾਈਡਨ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਕੈਂਸਰ ਹੈ। ਬਾਈਡਨ ਜਲਵਾਯੂ ਪਰਿਵਰਤਨ ਨਾਲ ਲੜਨ ਲਈ ਨਵੇਂ ਕਾਰਜਕਾਰੀ ਆਦੇਸ਼ਾਂ ਤੇ ਚਰਚਾ ਕਰਨ ਲਈ ਸਮਰਸੈਟ ਮੈਸੇਚਿਉਸੇਟਸ ਵਿੱਚ ਇੱਕ ਸਾਬਕਾ ਕੋਲਾ ਪਾਵਰ ਪਲਾਂਟ ਦਾ ਦੌਰਾ ਕਰ ਰਹੇ ਸਨ, ਜਿੱਥੇ ਉਹਨਾਂ ਨੇ ਭਾਸ਼ਣ ਦਿੱਤਾ। ਵਾਈਟ ਹਾਊਸ ਨੇ ਜਲਵਾਯੂ ਤਬਦੀਲੀ ਤੇ ਭਾਸ਼ਣ ਦੌਰਾਨ ਕੈਂਸਰ ਦੇ ਇਲਾਜ ਦਾ ਖੁਲਾਸਾ ਕਰਨ ਤੋਂ ਬਾਅਦ ਰਾਸ਼ਟਰਪਤੀ ਜੋ ਬਾਈਡਨ ਦੀਆਂ ਟਿੱਪਣੀਆਂ ਨੂੰ ਵਾਪਸ ਲੈ ਲਿਆ। ਤੇਲ ਸੋਧਕ ਕਾਰਖਾਨੇ ਤੋਂ ਨਿਕਲਣ ਵਾਲੇ ਨਿਕਾਸ ਦੇ ਮਾੜੇ ਪ੍ਰਭਾਵਾਂ ਬਾਰੇ ਚਰਚਾ ਕਰਦੇ ਹੋਏ ਬਾਈਡਨ ਨੇ ਡੇਲਾਵੇਅਰ ਵਿੱਚ ਆਪਣੇ ਬਚਪਨ ਦੇ ਘਰ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹ ਅਤੇ ਉਹਨਾਂ ਦੇ ਸਾਰੇ ਲੋਕਾਂ ਨੂੰ ਅੱਜ ਕੈਂਸਰ ਹੈ। ਭਾਸ਼ਣ ਵਿੱਚ ਬਾਈਡਨ ਨੇ ਕਿਹਾ ਕਿ ਮੇਰੀ ਮਾਂ ਪੈਦਲ ਜਾਣ ਦੀ ਬਜਾਏ ਸਾਨੂੰ ਕਾਰ ਰਾਹੀਂ ਲੈ ਜਾਂਦੀ ਸੀ। ਕਾਰ ਦੀ ਖਿੜਕੀ ਤੇ ਫਸਿਆ ਤੇਲ ਕੱਢਣ ਲਈ ਸਾਨੂੰ ਵਾਈਪਰ ਦੀ ਵਰਤੋਂ ਕਰਨੀ ਪਈ। ਇਸ ਲਈ ਮੈਨੂੰ ਅਤੇ ਮੇਰੇ ਨਾਲ ਵੱਡੇ ਹੋਏ ਬਹੁਤ ਸਾਰੇ ਲੋਕਾਂ ਨੂੰ ਅੱਜ ਕੈਂਸਰ ਹੈ ਅਤੇ ਇਸ ਲਈ ਲੰਮੇ ਸਮੇਂ ਤੋਂ ਡੇਲਾਵੇਅਰ ਦੀ ਕੈਂਸਰ ਦਰ ਦੇਸ਼ ਵਿੱਚ ਸਭ ਤੋਂ ਵੱਧ ਸੀ। ਟਵਿੱਟਰ ਤੇ ਜਿਵੇਂ ਹੀ ਬਾਈਡਨ ਦਾ ਇਹ ਵੀਡੀਓ ਆਇਆ ਤਾਂ ਲੋਕ ਹੈਰਾਨ ਰਹਿ ਗਏ। ਯੂਜ਼ਰਸ ਨੇ ਪੁੱਛਿਆ ਕਿ ਇਹ ਬੋਲਣ ਦੀ ਮਾਮੂਲੀ ਗਲਤੀ ਹੈ ਜਾਂ ਵੱਡਾ ਖੁਲਾਸਾ। ਰੀਅਲ ਕਲੀਅਰ ਪੋਲਿਟਿਕਸ ਨਿਊਜ਼ ਵੈਬਸਾਈਟ ਦੇ ਸੰਸਥਾਪਕ ਟੌਮ ਬੇਵਨ ਨੇ ਆਪਣੀ ਟਵੀਟ ਵਿੱਚ ਕਿਹਾ, ਕੈਂਸਰ ਜਾਂ ਤਾਂ ਇਹ ਰਾਸ਼ਟਰਪਤੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਧਮਾਕਾ ਹੈ ਜਾਂ ਸਭ ਤੋਂ ਵੱਡੀ ਗਲਤੀ। ਸੁਤੰਤਰ ਮਹਿਲਾ ਫੋਰਮ ਦੇ ਸੀਨੀਅਰ ਸਾਥੀ ਬੇਵਰਲੀ ਹੌਲਬਰਗ ਨੇ ਲਿਖਿਆ ਕਿ ਇਹ ਸਲਾਹ ਜਦੋਂ ਤੁਹਾਨੂੰ ਕੈਂਸਰ ਨਹੀਂ ਹੈ ਤਾਂ ਇਹ ਨਾ ਕਹੋ ਕਿ ਮੈਨੂੰ ਕੈਂਸਰ ਹੈ। ਬਾਈਡਨ ਦੇ ਭਾਸ਼ਣ ਤੋਂ ਕੁਝ ਲੋਕ ਹੈਰਾਨ ਰਹਿ ਗਏ, ਜਦਕਿ ਕੁਝ ਪੱਤਰਕਾਰਾਂ ਨੇ ਦਾਅਵਾ ਕੀਤਾ ਕਿ ਬਾਈਡਨ ਆਪਣੇ ਪਿਛਲੇ ਚਮੜੀ ਦੇ ਕੈਂਸਰ ਦਾ ਜ਼ਿਕਰ ਕਰ ਰਹੇ ਸਨ। ਵਾਸ਼ਿੰਗਟਨ ਪੋਸਟ ਦੇ ਗਲੇਨ ਕੇਲਸਰ ਨੇ ਕਿਹਾ, ਬਾਈਡਨ ਦੀ ਮੈਡੀਕਲ ਰਿਪੋਰਟ ਦੀ ਜਾਂਚ ਕਰੋ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹਨਾਂ ਨੂੰ ਨੌਨ ਮੈਲਾਨੋਮਾ ਸਕਿਨ ਕੈਂਸਰ ਸੀ। ਕੁਝ ਦਿਨ ਪਹਿਲਾਂ ਬਾਈਡਨ ਟੀਵੀ ਤੇ ਭਾਸ਼ਣ ਦੇ ਰਹੇ ਸਨ। ਟੈਲੀਪ੍ਰਾਂਪਟਰ ਨੂੰ ਦੇਖਣ ਤੋਂ ਬਾਅਦ ਬੋਲਦੇ ਹੋਏ ਬਾਈਡਨ ਨੇ ਭਾਸ਼ਣ ਦੇ ਹਿੱਸੇ ਵਿੱਚੋਂ ਟੈਲੀਪ੍ਰਾਂਪਟਰ ਤੇ ਦਿੱਤੀਆਂ ਹਦਾਇਤਾਂ ਨੂੰ ਗਲਤੀ ਨਾਲ ਪੜ੍ਹ ਲਿਆ। ਟਵਿੱਟਰ ਤੇ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਬਾਈਡਨ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ, ਐਂਡ ਆਫ ਕੱਟ, ਲਾਈਨ ਦੁਹਰਾਓ। ਅਮਰੀਕੀ ਸੈਨੇਟ ਦੀ ਇੱਕ ਅਹਿਮ ਕਮੇਟੀ ਨੇ ਭਾਰਤ ਨਾਲ ਰੱਖਿਆ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਅਤੇ ਖੁਫੀਆ ਜਾਣਕਾਰੀ ਇਕੱਠੀ ਕਰਨ, ਡਰੋਨ, ਚੌਥੀ ਅਤੇ ਪੰਜਵੀਂ ਪੀੜ੍ਹੀ ਦੇ ਜਹਾਜ਼ਾਂ ਵਿੱਚ ਵਧੇਰੇ ਸਹਿਯੋਗ ਰਾਹੀਂ ਇਸ ਨੂੰ ਨਵੇਂ ਪੱਧਰ ਤੱਕ ਲਿਜਾਣ ਦਾ ਫੈਸਲਾ ਕੀਤਾ ਹੈ। ਸੈਨੇਟ ਦੀ ਸ਼ਕਤੀਸ਼ਾਲੀ ਆਰਮਡ ਸਰਵਿਸਿਜ਼ ਕਮੇਟੀ ਨੇ ਇਹ ਬਿਆਨ ਹਾਊਸ ਆਫ ਰਿਪਰੈਜ਼ੈਂਟੇਟਿਵ ਵੱਲੋਂ ਨੈਸ਼ਨਲ ਡਿਫੈਂਸ ਆਥੋਰਾਈਜ਼ੇਸ਼ਨ ਐਕਟ ਵਜੋਂ ਜਾਣਿਆ ਜਾਣ ਵਾਲਾ ਵਿਧਾਨਿਕ ਸੋਧ ਪਾਸ ਕਰਨ ਤੋਂ ਇੱਕ ਹਫ਼ਤੇ ਬਾਅਦ ਦਿੱਤਾ, ਜਿਸ ਵਿੱਚ ਕਾਊਂਟਰਿੰਗ ਅਮਰੀਕਾਜ਼ ਐਡਵਰਟਾਈਜ਼ਰਸ ਥਰੂ ਸੈਕਸ਼ਨਸ ਐਕਟ ਦੇ ਤਹਿਤ ਦੰਡਕਾਰੀ ਪਾਬੰਦੀਆਂ ਤੋਂ ਭਾਰਤ ਨੂੰ ਛੋਟ ਦਿੱਤੀ ਗਈ ਹੈ। NDAA ਅਮਰੀਕਾ ਦਾ ਸਾਲਾਨਾ ਬਜਟ ਹੈ। ਸੈਨੇਟ ਦੀ ਆਰਮਡ ਸਰਵਿਸਿਜ਼ ਕਮੇਟੀ ਨੇ ਬੁੱਧਵਾਰ ਨੂੰ ਵਿੱਤੀ ਸਾਲ 2023 ਲਈ ਨੈਸ਼ਨਲ ਡਿਫੈਂਸ ਆਥੋਰਾਈਜ਼ੇਸ਼ਨ ਐਕਟ ਦਾ ਆਪਣਾ ਸੰਸਕਰਣ ਪਾਸ ਕੀਤਾ। ਇਹ ਖੁਫੀਆ ਜਾਣਕਾਰੀ ਇਕੱਠੀ ਕਰਨ, ਡਰੋਨ ਅਤੇ ਚੌਥੀ ਅਤੇ ਪੰਜਵੀਂ ਪੀੜ੍ਹੀ ਦੇ ਜਹਾਜ਼ਾਂ ਦੇ ਖੇਤਰਾਂ ਵਿੱਚ ਵਧੇਰੇ ਸਹਿਯੋਗ ਸਮੇਤ ਭਾਰਤ ਨਾਲ ਮੁੱਖ ਰੱਖਿਆ ਸਾਂਝੇਦਾਰੀ ਨੂੰ ਵਧਾਉਣ ਤੇ ਜ਼ੋਰ ਦਿੰਦਾ ਹੈ। ਇਸ ਵਿੱਚ ਡਿਪੂ ਪੱਧਰ ਦੇ ਰੱਖ ਰਖਾਅ, ਸੰਯੁਕਤ ਖੋਜ ਅਤੇ ਵਿਕਾਸ, 5G ਅਤੇ ਓਪਨ ਰੇਡੀਓ ਐਕਸੈਸ ਨੈਟਵਰਕ, ਸਾਈਬਰ ਅਤੇ ਠੰਡੇ ਮੌਸਮ ਦੀ ਰੱਖਿਆ ਸਮਰੱਥਾ ਤੇ ਸਹਾਇਤਾ ਵੀ ਸ਼ਾਮਿਲ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਅਮਰੀਕੀ ਪ੍ਰਤੀਨਿਧੀ ਸਭਾ ਨੇ ਪਿਛਲੇ ਹਫ਼ਤੇ ਇੱਕ ਸੋਧਿਆ ਬਿੱਲ ਪਾਸ ਕੀਤਾ ਸੀ, ਜਿਸ ਵਿੱਚ ਭਾਰਤ ਨੂੰ ਰੂਸ ਤੋਂ S-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦਣ ਲਈ CAATSA ਪਾਬੰਦੀਆਂ ਤੋਂ ਵਿਸ਼ੇਸ਼ ਛੋਟ ਦਿੱਤੀ ਗਈ ਸੀ। ਭਾਰਤੀ ਅਮਰੀਕੀ ਸੰਸਦ ਮੈਂਬਰ ਰੋਕ ਖੰਨਾ ਦੁਆਰਾ ਪੇਸ਼ ਕੀਤਾ ਗਿਆ ਸੋਧਿਆ ਬਿੱਲ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੂੰ ਚੀਨ ਵਰਗੇ ਹਮਲਾਵਰ ਦੇਸ਼ ਨੂੰ ਰੋਕਣ ਲਈ ਭਾਰਤ ਨੂੰ CAATSA ਤੋਂ ਛੋਟ ਦੇਣ ਲਈ ਆਪਣੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕਰਦਾ ਹੈ।
ਅਮਰੀਕਾ ਦੀ ਹਵਾਈ ਫੌਜ ਨੇ ਬੀਤੇ ਦਿਨ ਭਾਰਤੀ ਸਿੱਖ ਕੈਡੇਟ ਗੁਰਸ਼ਰਨ ਸਿੰਘ ਵਿਰਕ ਨੂੰ ਸਾਬਕਾ ਸਿੱਖੀ ਸਰੂਪ ਵਿੱਚ ਨੌਕਰੀ ਤੇ ਸੇਵਾਵਾਂ ਨਿਭਾਉਣ ਦੀ ਇਜਾਜ਼ਤ ਦਿੱਤੀ ਹੈ। ਹਵਾਈ ਫੌਜ ਵਿੱਚ ਭਰਤੀ ਹੋਏ ਗੁਰਸ਼ਰਨ ਸਿੰਘ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਇਹ ਦਸਤਾਰ ਗੁਰੂ ਸਾਹਿਬ ਵੱਲੋਂ ਬਖਸ਼ਿਆ ਸਿੱਖਾਂ ਦਾ ਤਾਜ ਹੈ, ਜਿਸ ਨੂੰ ਹਰ ਸਿੱਖ ਆਪਣੇ ਸਿਰ ਤੇ ਸਜਾਉਣਾ ਚਾਹੁੰਦਾ ਹੈ। ਇਤਿਹਾਸਿਕ ਤੌਰ ਤੇ ਦਸਤਾਰ ਸਜਾਉਣ ਦਾ ਮਨੋਰਥ ਇਹ ਸੀ ਕਿ ਜੇਕਰ ਕਿਸੇ ਨੂੰ ਮਦਦ ਦੀ ਲੋੜ ਹੁੰਦੀ ਹੈ ਅਤੇ ਉਹ ਭੀੜ ਵਿੱਚ ਕਿਸੇ ਨੂੰ ਦਸਤਾਰ ਸਜਾਏ ਵੇਖਦਾ ਹੈ ਤਾਂ ਉਹ ਜਾਣਦਾ ਹੈ ਕਿ ਉਸ ਸਿੱਖ ਵੱਲੋਂ ਉਹਨਾਂ ਦੀ ਮਦਦ ਕੀਤੀ ਜਾਵੇਗੀ। ਇਹ ਜਾਣਦੇ ਹੋਏ ਕਿ ਸਿੱਖ ਦਸਤਾਰ ਨੂੰ ਆਪਣਾ ਤਾਜ ਸਮਝਦੇ ਹਨ ਅਤੇ ਇਸ ਨੂੰ ਮਾਣ ਨਾਲ ਪਹਿਨਦੇ ਹਨ, ਗੁਰਸ਼ਰਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਉਸ ਪੁਰਾਣੀ ਵਿਰਾਸਤ ਅਤੇ ਮਾਣ ਨੂੰ 에ਅਰ ਫੋਰਸ ਵਿੱਚ ਲੈ ਕੇ ਜਾਣ ਦੇ ਯੋਗ ਹੋਣ ਦੇ ਨਾਲ-ਨਾਲ ਮੇਰਾ ਪਾਇਲਟ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਯੋਗ ਹੋਣਾ ਮੇਰੇ ਲਈ ਸੰਸਾਰ ਵਿੱਚ ਇੱਕ ਅਰਥ ਹੈ। ਗੁਰਸ਼ਰਨ ਨੇ ਪਰਸੋਨਲ ਅਤੇ ਸਰਵਿਸਿਜ਼ ਦਫ਼ਤਰ ਨੂੰ ਆਪਣੇ ਧਾਰਮਿਕ ਚਿੰਨ੍ਹ ਲਈ ਇੱਕ ਅਧਿਕਾਰਿਤ ਤੌਰ ਤੇ ਬੇਨਤੀ ਪੇਸ਼ ਕੀਤੀ ਸੀ, ਜਿਸ ਨੂੰ ਦਸੰਬਰ ਸਨ 2021 ਵਿੱਚ ਮਨਜ਼ੂਰੀ ਦਿੱਤੀ ਗਈ ਸੀ। ਉਹ ਸੰਯੁਕਤ ਰਾਜ ਅਮਰੀਕਾ ਵਿੱਚ ਪੈਦਾ ਹੋਇਆ। ਗੁਰਸ਼ਰਨ ਦੀ ਫੌਜ ਵਿੱਚ ਸੇਵਾ ਕਰਨ ਦੀ ਇੱਛਾ ਉਸ ਦੇ ਪਿਤਾ ਤੋਂ ਪੈਦਾ ਹੋਈ, ਜੋ ਕਿ ਭਾਰਤੀ ਫੌਜ ਵਿੱਚੋਂ ਇੱਕ ਕਰਨਲ ਦੇ ਵਜੋਂ ਸੇਵਾ ਮੁਕਤ ਹੋਏ ਸਨ ਅਤੇ ਗੁਰਸ਼ਰਨ ਸਿੰਘ ਵਿਰਕ ਨੂੰ ਵੀ ਇੱਕ ਫੌਜੀ ਜੀਵਨ ਸ਼ੈਲੀ ਪਸੰਦ ਸੀ। ਗੁਰਸ਼ਰਨ ਦਾ ਕਹਿਣਾ ਹੈ ਕਿ ਮੇਰੀ ਵਰਦੀ ਦੇ ਨਾਲ ਪੱਗ ਬੰਨ੍ਹਣ ਦੇ ਯੋਗ ਹੋਣਾ ਅਮਰੀਕੀ ਨਾਗਰਿਕਾਂ ਦੀ ਅਗਲੀ ਪੀੜ੍ਹੀ ਨੂੰ ਵੀ ਇੱਕ ਸੰਦੇਸ਼ ਦਿੰਦਾ ਹੈ। ਆਸਟ੍ਰੇਲੀਆ ਵਿੱਚ ਸਫਾਈ ਮੁਲਾਜ਼ਮਾਂ ਦੀ ਭਾਰੀ ਕਮੀ ਪੈ ਗਈ ਹੈ। ਸਰਕਾਰ ਸਫਾਈ ਮੁਲਾਜ਼ਮਾਂ ਨੂੰ ਸਾਲਾਨਾ 1 ਕਰੋੜ ਦੇਣ ਨੂੰ ਤਿਆਰ ਹੈ। ਇਸ ਦੇ ਬਾਵਜੂਦ ਉੱਥੇ ਸਫਾਈ ਮੁਲਾਜ਼ਮ ਨਹੀਂ ਮਿਲ ਰਹੇ। ਆਸਟ੍ਰੇਲੀਆ ਵਿੱਚ ਸਫਾਈ ਮੁਲਾਜ਼ਮਾਂ ਨੂੰ ਘੰਟੇ ਦੇ ਹਿਸਾਬ ਨਾਲ ਤਨਖਾਹ ਦਿੱਤੀ ਜਾਂਦੀ ਹੈ। ਜੇਕਰ ਕੋਈ ਸਫਾਈ ਮੁਲਾਜ਼ਮ ਬਿਨਾਂ ਤਜਰਬੇ ਦੇ ਕੰਪਨੀ ਜੁਆਇਨ ਕਰਦਾ ਹੈ ਤਾਂ ਉਸ ਨੂੰ ਹਫ਼ਤੇ ਵਿੱਚ 5 ਦਿਨ ਅਤੇ 8 ਘੰਟੇ ਕੰਮ ਕਰਨ ਤੇ ਸਾਲਾਨਾ 72 ਲੱਖ ਰੁਪਏ ਤਨਖਾਹ ਦੇ ਤੌਰ ਤੇ ਦਿੱਤੇ ਜਾਣਗੇ। ਤਜਰਬੇ ਦੇ ਆਧਾਰ ਤੇ ਤਨਖਾਹ ਵੱਧਦੀ ਰਹੇਗੀ। ਕਲੀਨਰਸ ਦੀ ਗੱਲ ਕਰੀਏ ਤਾਂ ਸਾਲਾਨਾ 1 ਕਰੋੜ ਤਨਖਾਹ ਹੈ, ਭਾਵ ਮਹੀਨੇ ਦੇ 8 ਲੱਖ ਤੋਂ ਜ਼ਿਆਦਾ ਰੁਪਏ। ਇੱਕ ਰਿਪੋਰਟ ਮੁਤਾਬਿਕ ਸਿਡਨੀ ਦੀ ਇੱਕ ਕਲੀਨਿੰਗ ਕੰਪਨੀ ਐਬੋਲੋਸਿਊਟ ਡੋਮੈਸਟਿਕ ਦੇ ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਤਨਖਾਹ ਵਧਾ ਕੇ ਦੇਣੀ ਪੈ ਰਹੀ ਹੈ। ਸਫਾਈ ਕਰਨ ਵਾਲੇ ਮੁਲਾਜ਼ਮਾਂ ਦੀ ਬਹੁਤ ਕਮੀ ਹੈ, ਜਿਸ ਕਾਰਨ ਲੋਕ ਮਿਲ ਨਹੀਂ ਰਹੇ। ਅਜਿਹੇ ਵਿੱਚ ਉਹਨਾਂ ਨੂੰ ਪ੍ਰਤੀ ਘੰਟੇ ਦੇ 4300 ਤੱਕ ਦੇਣੇ ਪੈਂਦੇ ਹਨ। ਸਫਾਈ ਮੁਲਾਜ਼ਮਾਂ ਦੇ ਨਾ ਮਿਲਣ ਤੇ ਕਈ ਕੰਪਨੀਆਂ ਨੂੰ ਮੁਸ਼ਕਲਾਂ ਚੋਂ ਲੰਘਣਾ ਪੈ ਰਿਹਾ ਹੈ। ਅਜਿਹੇ ਵਿੱਚ ਕੰਪਨੀਆਂ ਨੇ ਤਨਖਾਹ ਵਧਾਉਣ ਦਾ ਐਲਾਨ ਕੀਤਾ ਹੈ। ਮਾਲੂਮ ਹੋਵੇ ਕਿ ਪ੍ਰਤੀ ਘੰਟਾ 3100 ਤੋਂ 4300 ਰੁਪਏ ਤੱਕ ਤਨਖਾਹ ਦਾ ਐਲਾਨ ਕੀਤਾ ਹੈ। ਅਜਿਹੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਇੱਕ ਸਫਾਈ ਮੁਲਾਜ਼ਮ ਸਾਲਾਨਾ 1 ਕਰੋੜ ਤੱਕ ਦੇ ਲਗਭਗ ਤੱਕ ਕਮਾ ਸਕਦਾ ਹੈ। ਇਸ ਤੋਂ ਇਲਾਵਾ ਖਿੜਕੀ ਅਤੇ ਗਟਰ ਸਾਫ਼ ਕਰਨ ਵਾਲੀ ਕੰਪਨੀ ਕਟਰ ਬॉयਜ਼ ਆਪਣੇ ਮੁਲਾਜ਼ਮਾਂ ਨੂੰ ਸਾਲਾਨਾ 80 ਲੱਖ ਰੁਪਏ ਤੱਕ ਦੇਣ ਨੂੰ ਤਿਆਰ ਹੈ। ਵਿਸ਼ਵ ਸਿਹਤ ਸੰਗਠਨ WHO ਨੇ ਦੁਨੀਆ ਭਰ ਵਿੱਚ ਮੰਕੀਪੌਕਸ ਦੇ 14,000 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਅਫਰੀਕਾ ਵਿੱਚ ਮੰਕੀਪੌਕਸ ਕਾਰਨ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। WHO ਦੇ ਸਕੱਤਰ ਜਨਰਲ ਟੇਡਰੋਸ ਅਡਾਨੋਮ ਗੇਬ੍ਰੇਯੇਸਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਧਰ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਬੁੱਧਵਾਰ ਤੱਕ ਦੇਸ਼ ਵਿੱਚ ਮੰਕੀਪੌਕਸ ਦੇ ਕੁੱਲ 604 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਸਮਾਚਾਰ ਏਜੰਸੀ ਸ਼ਿਨਹੁਆ ਨੇ ਰਿਪੋਰਟ ਦਿੱਤੀ ਹੈ ਕਿ ਕੇਸਾਂ ਵਿੱਚ ਕਿਊਬਿਕ ਤੋਂ 320, ਓਨਟਾਰੀਓ ਤੋਂ 230, ਬ੍ਰਿਟਿਸ਼ ਕੋਲੰਬੀਆ ਤੋਂ 40, ਐਲਬਰਟਾ ਤੋਂ 12 ਅਤੇ ਸੈਸਕੈਚੁਅਨ ਤੋਂ 2 ਸ਼ਾਮਿਲ ਹਨ। ਕੈਨੇਡੀਅਨ ਫੈਡਰਲ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਮੰਕੀਪੌਕਸ ਨਾਲ ਨਜਿੱਠਣ ਲਈ ਕਮਿਊਨਿਟੀ ਆਧਾਰਿਤ ਸੰਸਥਾਵਾਂ ਦੀ ਸਹਾਇਤਾ ਲਈ ਫੰਡ ਦੇਵੇਗੀ। PHAC ਦੇ ਅਨੁਸਾਰ ਸੂਬੇ ਅਤੇ ਪ੍ਰਦੇਸ਼ ਆਪਣੇ ਅਧਿਕਾਰ ਖੇਤਰਾਂ ਵਿੱਚ ਕੇਸ ਡੇਟਾ ਦੀ ਸਮੀਖਿਆ ਕਰ ਰਹੇ ਹਨ ਅਤੇ ਜੋ ਕੇਸ ਪਰਿਭਾਸ਼ਾ ਨੂੰ ਪੂਰਾ ਕਰਦੇ ਹਨ ਉਹਨਾਂ ਨੂੰ ਰਾਸ਼ਟਰੀ ਜਾਂਚ ਵਿੱਚ ਸ਼ਾਮਿਲ ਕਰਨ ਲਈ PHAC ਨੂੰ ਰਿਪੋਰਟ ਕੀਤੀ ਜਾਵੇਗੀ। ਨੈਸ਼ਨਲ ਮਾਈਕਰੋਬਾਇਓਲੋਜੀ ਲੈਬੋਰੇਟਰੀ ਉਸ ਵਾਇਰਸ ਲਈ ਡਾਇਗਨੋਸਟਿਕ ਟੈਸਟ ਕਰ ਰਹੀ ਹੈ ਜੋ ਮੰਕੀਪੌਕਸ ਦਾ ਕਾਰਨ ਬਣਦਾ ਹੈ। PHAC ਨੇ ਕਿਹਾ ਕਿ ਇਸ ਤੋਂ ਇਲਾਵਾ ਪ੍ਰਯੋਗਸ਼ਾਲਾ ਮੰਕੀਪੌਕਸ ਦੇ ਕੈਨੇਡੀਅਨ ਨਮੂਨਿਆਂ ਤੇ ਪੂਰੇ ਜੀਨੋਮ ਕ੍ਰੋਮ ਇੱਕ ਵਿਸਤ੍ਰਿਤ ਫਿੰਗਰਪ੍ਰਿੰਟ ਵਿਸ਼ਲੇਸ਼ਣ ਦਾ ਸੰਚਾਲਨ ਕਰ ਰਹੀ ਹੈ। ਮੰਕੀਪੌਕਸ ਇੱਕ ਸਿਲਵੇਟਿਕ ਜਿਓਨਸਿਸ ਹੈ ਜੋ ਮਨੁੱਖਾਂ ਵਿੱਚ ਸੰਕਰਮਣ ਦਾ ਕਾਰਨ ਬਣ ਸਕਦਾ ਹੈ ਅਤੇ ਇਹ ਬਿਮਾਰੀ ਆਮ ਤੌਰ ਤੇ ਮੱਧ ਅਤੇ ਪੱਛਮੀ ਅਫਰੀਕਾ ਦੇ ਜੰਗਲਾਂ ਵਾਲੇ ਹਿੱਸਿਆਂ ਵਿੱਚ ਹੁੰਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਇਹ ਮੰਕੀਪੌਕਸ ਵਾਇਰਸ ਕਾਰਨ ਹੁੰਦਾ ਹੈ ਜੋ ਆਰਥੋਪੌਕਸ ਵਾਇਰਸ ਪਰਿਵਾਰ ਨਾਲ ਸੰਬੰਧਿਤ ਹੈ। ਅਮਰੀਕਾ ਦੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਨਿਊ ਜਰਸੀ ਤੋਂ ਪਿਛਲੇ 3 ਸਾਲਾਂ ਤੋਂ ਲਾਪਤਾ ਇੱਕ ਭਾਰਤੀ ਔਰਤ ਨੂੰ ਆਪਣੀ ਗੁੰਮਸ਼ੁਦਾ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਹੈ ਅਤੇ ਇਸ ਔਰਤ ਬਾਰੇ ਲੋਕਾਂ ਤੋਂ ਜਾਣਕਾਰੀ ਮੰਗੀ ਹੈ।
ਮਯੂਸ਼ੀ ਭਗਤ ਨੂੰ ਆਖਰੀ ਵਾਰ 29 ਅਪ੍ਰੈਲ 2019 ਦੀ ਸ਼ਾਮ ਨੂੰ ਨਿਊ ਜਰਸੀ ਵਿੱਚ ਆਪਣੇ ਜਰਸੀ ਸਿਟੀ ਅਪਾਰਟਮੈਂਟ ਨੂੰ ਛੱਡਦੇ ਹੋਏ ਦੇਖਿਆ ਗਿਆ ਸੀ। ਜਦੋਂ ਉਸ ਨੂੰ ਆਖਰੀ ਵਾਰ ਦੇਖਿਆ ਗਿਆ ਸੀ, ਉਸਨੇ ਰੰਗੀਨ ਪਜਾਮਾ ਅਤੇ ਇੱਕ ਕਾਲੀ ਟੀ-ਸ਼ਰਟ ਪਾਈ ਹੋਈ ਸੀ। ਉਸ ਦੇ ਪਰਿਵਾਰ ਨੇ 1 ਮਈ 2019 ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। FBI ਵੱਲੋਂ ਜਾਰੀ ਜਾਣਕਾਰੀ ਅਨੁਸਾਰ ਭਗਤ 2016 ਵਿੱਚ F1 ਵਿਦਿਆਰਥੀ ਵੀਜ਼ੇ ਤੇ ਅਮਰੀਕਾ ਆਈ ਸੀ। ਉਸਨੇ ਨਿਊ ਹੈਂਪਸ਼ਾਇਰ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਅਤੇ ਫਿਰ ਨਿਊਯਾਰਕ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਦਾਖਲਾ ਲਿਆ। FBI ਦੇ ਸਪੈਸ਼ਲ ਚਾਰਜ ਏਜੰਟ ਜੇਮਸ ਡੈਨੀ ਨੇ ਕਿਹਾ ਕਿ FBI ਦੇ ਨਿਊਯਾਰਕ ਡਿਵੀਜ਼ਨ ਨੇ ਭਗਤ ਨੂੰ ਆਪਣੀ ਗੁੰਮਸ਼ੁਦਾ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਹੈ। ਰਿਸ਼ੀ ਸੁਨਕ ਨੇ ਬੁੱਧਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਦੇ ਆਖਰੀ ਪੜਾਅ ਵਿੱਚ ਜਗ੍ਹਾ ਬਣਾ ਲਈ ਹੈ। ਹੁਣ ਪਾਰਟੀ ਅਤੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਸ਼ ਦੀ ਅਗਵਾਈ ਕਰਨ ਲਈ ਉਹਨਾਂ ਦਾ ਮੁਕਾਬਲਾ ਵਿਦੇਸ਼ ਮੰਤਰੀ ਲਿਜ਼ ਟਰੱਸ ਨਾਲ ਹੋਵੇਗਾ। ਸੁਨਕ ਨੇ ਟੌਰੀ ਸੰਸਥਾ ਦੇ 5ਵੇਂ ਅਤੇ ਆਖਰੀ ਦੌਰ ਦੀ ਵੋਟਿੰਗ ਵਿੱਚ 137 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਦੂਜੇ ਸਥਾਨ ਤੇ ਰਹੀ ਟਰੱਸ ਨੂੰ 113 ਸੰਸਦ ਮੈਂਬਰਾਂ ਦਾ ਸਮਰਥਨ ਮਿਲਿਆ। ਉੱਥੇ ਹੀ ਵਪਾਰ ਮੰਤਰੀ ਪੈਨੀ ਮੌਰਡੌਂਟ 105 ਵੋਟਾਂ ਨਾਲ ਤੀਜੇ ਸਥਾਨ ਤੇ ਰਹੀ ਅਤੇ ਉਹ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਬਾਹਰ ਹੋ ਗਈ। ਬ੍ਰਿਟੇਨ ਦੇ 42 ਸਾਲਾ ਸਾਬਕਾ ਵਿੱਤ ਮੰਤਰੀ ਸੁਨਕ ਹੁਣ ਤੱਕ ਵੋਟਿੰਗ ਦੇ ਹਰ ਗੇੜ ਵਿੱਚ ਸਿਖਰ ਤੇ ਰਹੇ ਹਨ। ਉਹਨਾਂ ਮੰਗਲਵਾਰ ਨੂੰ ਮਿਲੀਆਂ ਆਪਣੀਆਂ 118 ਵੋਟਾਂ ਵਿੱਚ 19 ਵੋਟਾਂ ਹੋਰ ਜੋੜੀਆਂ ਹਨ ਅਤੇ ਅੰਤਮ ਪ੍ਰਦਰਸ਼ਨ ਵਿੱਚ ਜਗ੍ਹਾ ਬਣਾਉਣ ਲਈ 120 ਸੰਸਦ ਮੈਂਬਰਾਂ ਦੇ ਸਮਰਥਨ ਦਾ ਅੰਕੜੇ ਨੂੰ ਆਰਾਮ ਨਾਲ ਪਾਰ ਕਰ ਲਿਆ। ਸੁਨਕ ਅਤੇ ਟਰਸ ਹੁਣ ਸੋਮਵਾਰ ਨੂੰ BBC ਤੇ ਲਾਈਵ ਟੈਲੀਵਿਜ਼ਨ ਬਹਿਸ ਵਿੱਚ ਆਪਣੇ ਪਹਿਲੇ ਆਮੋ-ਸਾਹਮਣੇ ਦੇ ਮੁਕਾਬਲੇ ਲਈ ਤਿਆਰ ਹਨ। ਪਿਛਲੇ ਕੁਝ ਦਿਨਾਂ ਤੋਂ UK ਭਰ ਵਿੱਚ ਅੰਤਾਂ ਦੀ ਗਰਮੀ ਨੇ ਲੋਕਾਂ ਦਾ ਤਰਾਹ ਕੱਢਿਆ ਹੋਇਆ ਹੈ। ਸਰਕਾਰ ਵੱਲੋਂ ਲੋਕਾਂ ਨੂੰ ਆਪਣਾ ਬਚਾਓ ਕਰਨ ਦੀਆਂ ਬੇਨਤੀਆਂ ਨਿਰੰਤਰ ਕੀਤੀਆਂ ਜਾ ਰਹੀਆਂ ਨੇ। ਇਸ ਭਿਆਨਕ ਗਰਮੀ ਦੇ ਮਾਹੌਲ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੇ ਵੀ ਪਿਛਲੇ ਰਿਕਾਰਡ ਤੋੜ ਦਿੱਤੇ ਨੇ। ਮੰਗਲਵਾਰ ਨੂੰ ਤਾਪਮਾਨ 40 ਡਿਗਰੀ ਤੋਂ ਪਾਰ ਕਰਨਾ ਵੀ ਆਪਣੇ ਆਪ ਵਿੱਚ ਇੱਕ ਰਿਕਾਰਡ ਸੀ ਤੇ ਤਾਪਮਾਨ ਵਾਧੇ ਕਾਰਨ ਦਰਜਨ ਤੋਂ ਵਧੇਰੇ ਥਾਵਾਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਨੇ ਲੰਡਨ ਦੇ ਸਾਹ ਸੂਤੀ ਰੱਖੇ। ਲੰਡਨ ਫਾਇਰ ਬ੍ਰਿਗੇਡ ਲਈ ਕੱਲ ਦਾ ਦਿਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੁਣ ਤੱਕ ਦਾ ਵਧੇਰੇ ਰੁਝੇਵੇਂ ਭਰਿਆ ਦਿਨ ਰਿਹਾ ਹੈ। ਇੱਕ ਦਿਨ ਵਿੱਚ ਲੰਡਨ ਫਾਇਰ ਬ੍ਰਿਗੇਡ ਨੂੰ 2600 ਐਮਰਜੈਂਸੀ ਕਾਲਾਂ ਆਈਆਂ ਸਨ, ਜਦਕਿ ਆਮ ਦਿਨਾਂ ਵਿੱਚ ਇਹ ਔਸਤ 350 ਤੱਕ ਹੁੰਦੀਆਂ ਹਨ। ਅੱਗ ਬੁਝਾਊ ਅਮਲੇ ਦੇ 16 ਕਾਮੇ ਜ਼ਖਮੀ ਵੀ ਹੋਏ, ਜਿਨ੍ਹਾਂ ਚੋਂ 2 ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਨ੍ਹਾਂ ਅਗਜਰੀ ਦੀਆਂ ਘਟਨਾਵਾਂ ਦੌਰਾਨ 41 ਜਾਇਦਾਦਾਂ ਨੁਕਸਾਨ ਨੂੰ ਪਹੁੰਚੀਆਂ ਨੇ। ਯੂਰਪ ਦੇ ਕਈ ਦੇਸ਼ ਖਾਸ ਕਰਕੇ ਬ੍ਰਿਟੇਨ ਇਸ ਸਮੇਂ ਸਖਤ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਹਾਲਾਤ ਇਹ ਬਣ ਗਏ ਨੇ ਕਿ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ। ਤਾਪਮਾਨ ਵਧਣ ਕਾਰਨ ਦਿਨ ਵੇਲੇ ਸੜਕਾਂ ਦਾ ਡਾਮਰ ਪਿਘਲਣਾ ਸ਼ੁਰੂ ਹੋ ਗਿਆ ਹੈ। ਗਰਮੀ ਕਾਰਨ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਨੇ। ਲੰਡਨ ਦੇ ਇੱਕ ਪ੍ਰਸਿੱਧ ਹਵਾਈ ਅੱਡੇ ਦੀਆਂ ਕੱਲ ਦੀਆਂ ਘੰਟਿਆਂ ਲਈ ਉਡਾਣਾਂ ਨੂੰ ਮੁਅੱਤਲ ਕਰਨਾ ਪਿਆ ਕਿਉਂਕਿ ਰਨਵੇ ਖੁਦ ਪਿਘਲ ਗਿਆ ਸੀ। ਸਿਰਫ ਪਬਲਿਕ 에ਅਰਪੋਰਟ ਹੀ ਨਹੀਂ, ਇੱਥੋਂ ਦੇ ਰਾਇਲ 에ਅਰ ਫੋਰਸ ਦੇ ਸਭ ਤੋਂ ਵੱਡੇ 에ਅਰ ਬੇਸ ਵਿੱਚ ਵੀ ਅਜਿਹਾ ਹੀ ਹਾਲ ਹੋਇਆ। ਰਨਵੇ ਹੁਣ ਟੇਕ ਆਫ ਲੈਂਡਿੰਗ ਦੇ ਯੋਗ ਨਹੀਂ ਹੈ। ਮੌਸਮ ਵਿਭਾਗ ਨੇ ਤਾਪਮਾਨ ਵਧ ਰਹਿਣ ਦੀ ਭਵਿੱਖਬਾਣੀ ਵੀ ਕੀਤੀ ਹੈ। ਸੋਮਵਾਰ ਨੂੰ UK ਦੇ ਇੱਕ ਪ੍ਰਸਿੱਧ ਹਵਾਈ ਅੱਡੇ ਤੇ ਅੱਤ ਦੀ ਗਰਮੀ ਕਾਰਨ ਪੈਦਾ ਹੋਈ ਸਥਿਤੀ ਸ਼ਾਇਦ ਪੂਰੀ ਦੁਨੀਆ ਦੇ ਭਵਿੱਖ ਲਈ ਬਹੁਤ ਗੰਭੀਰ ਚੇਤਾਵਨੀ ਹੈ। ਲੰਡਨ ਦੇ ਲੂਟਨ ਹਵਾਈ ਅੱਡੇ ਦਾ ਰਨਵੇ ਉੱਚ ਤਾਪਮਾਨ ਵਿੱਚ ਪਿਘਲ ਗਿਆ, ਜਿਸ ਕਾਰਨ ਜਹਾਜ਼ਾਂ ਦਾ ਉਡਾਨ ਭਰਨਾ ਅਸੰਭਵ ਹੋ ਗਿਆ। ਉਬਲਦੇ ਤਾਪਮਾਨ ਨੇ ਰਨਵੇ ਨੂੰ 에ਅਰਕ੍ਰਾਫਟ ਟੇਕ ਆਫ ਜਾਂ ਲੈਂਡਿੰਗ ਲਈ ਪੂਰੀ ਤਰ੍ਹਾਂ ਅਸੁਰੱਖਿਅਤ ਬਣਾ ਦਿੱਤਾ, ਜਿਸ ਨਾਲ ਲਗਭਗ 3 ਘੰਟਿਆਂ ਲਈ ਸਾਰੀਆਂ ਉਡਾਨਾਂ ਨੂੰ ਰੱਦ ਕਰਨਾ ਪਿਆ। ਪਹਿਲਾਂ ਤੋਂ ਮਹਿੰਗਾਈ ਤੋਂ ਪਰੇਸ਼ਾਨ ਬ੍ਰਿਟੇਨ ਵਿੱਚ ਪ੍ਰਚੂਨ ਮਹਿੰਗਾਈ ਪਿਛਲੇ 40 ਸਾਲਾਂ ਦੇ ਰਿਕਾਰਡ ਪੱਧਰ 9.4% ਤੇ ਪਹੁੰਚ ਗਈ ਹੈ। ਨੈਸ਼ਨਲ ਸਟੈਟਿਸਟਿਕਸ ਆਫਿਸ ਨੇ ਖਪਤਕਾਰ ਮੁੱਲ ਤੇ ਆਧਾਰਿਤ ਮਹਿੰਗਾਈ ਦੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਜੂਨ ਮਹੀਨੇ ਵਿੱਚ ਇਹ ਵੱਧ ਕੇ 9.4% ਹੋ ਗਈ। ਇੱਕ ਮਹੀਨਾ ਪਹਿਲਾਂ ਇਹ 9.1% ਤੇ ਸੀ। ਮਹਿੰਗਾਈ ਦਾ ਇਹ ਅੰਕੜਾ ਸਾਲ 1982 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ। ਉਸ ਸਮੇਂ ਮਹਿੰਗਾਈ 11% ਤੇ ਪਹੁੰਚ ਗਈ ਸੀ। ਰੂਸ ਅਤੇ ਯੂਕਰੇਨ ਦਰਮਿਆਨ ਜੰਗ ਛਿੜ ਜਾਣ ਤੋਂ ਬਾਅਦ ਸਪਲਾਈ ਚੇਨ ਤੇ ਅਸਰ ਪੈਣ ਨਾਲ ਬ੍ਰਿਟੇਨ ਸਮੇਤ ਕਈ ਦੇਸ਼ਾਂ ਵਿੱਚ ਮਹਿੰਗਾਈ ਇੱਕ ਵੱਡੀ ਸਮੱਸਿਆ ਬਣ ਕੇ ਉੱਭਰੀ ਹੈ। ਇਸ ਕਾਰਨ ਖਾਣ ਵਾਲੇ ਉਤਪਾਦਾਂ ਅਤੇ ਈਂਧਨ ਦੀਆਂ ਕੀਮਤਾਂ ਵੀ ਕਾਫੀ ਵੱਧ ਗਈਆਂ ਨੇ, ਜਿਸ ਨਾਲ ਆਮ ਜਨਜੀਵਨ ਤੇ ਬਹੁਤ ਡੂੰਘਾ ਅਸਰ ਪਿਆ ਹੈ। ਇਸ ਸਾਲ ਖੁਰਾਕ ਮਹਿੰਗਾਈ 9.8% ਤੱਕ ਵੱਧ ਚੁੱਕੀ ਹੈ, ਜਦਕਿ ਪੈਟਰੋਲ ਅਤੇ ਡੀਜ਼ਲ ਦੇ ਰੇਟ ਬੀਤੇ ਸਾਲ ਵਿੱਚ 42.3% ਤੱਕ ਵੱਧ ਗਏ ਸਨ। ਵੱਧਦੀ ਮਹਿੰਗਾਈ ਤੇ ਕਾਬੂ ਪਾਉਣ ਲਈ
ਬ੍ਰਿਟਿਸ਼ ਕੇਂਦਰੀ ਬੈਂਕ ਦੇ ਗਵਰਨਰ ਐਂਡਰਿਊ ਬੇਲੀ ਪਹਿਲਾਂ ਹੀ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ ਪ੍ਰਗਟਾ ਚੁੱਕੇ ਨੇ। ਦਸੰਬਰ 2021 ਤੋਂ ਹੁਣ ਤੱਕ ਬੈਂਕ ਆਫ ਇੰਗਲੈਂਡ ਵਿੱਚ 5 ਵਾਰ ਵਿਆਜ ਦਰਾਂ ਵਧਾ ਚੁੱਕੀਆਂ ਗਈਆਂ ਨੇ। ਬ੍ਰਿਟੇਨ ਵਾਂਗ ਅਮਰੀਕੀ ਅਰਥਵਿਵਸਥਾ ਵੀ ਮਹਿੰਗਾਈ ਦੀ ਮਾਰ ਤੋਂ ਪੀੜਿਤ ਹੈ। ਅਮਰੀਕਾ ਵਿੱਚ ਮਹਿੰਗਾਈ ਜੂਨ ਵਿੱਚ 9.1% ਨਾਲ 4 ਦਹਾਕਿਆਂ ਦੇ ਰਿਕਾਰਡ ਪੱਧਰ ਤੇ ਪਹੁੰਚ ਚੁੱਕੀ ਹੈ। ਭਾਰਤ 2020 ਵਿੱਚ ਦੱਖਣੀ ਪੂਰਬੀ ਏਸ਼ੀਆ ਖੇਤਰ ਦੇ ਉਹਨਾਂ 3 ਚੋਟੀ ਦੇ ਦੇਸ਼ਾਂ ਵਿੱਚ ਰਿਹਾ ਜਿਨ੍ਹਾਂ ਨੇ ਸਭ ਤੋਂ ਵੱਧ ਗਿਣਤੀ ਵਿੱਚ ਅੰਤਰਰਾਸ਼ਟਰੀ ਅਤੇ ਸ਼ਰਨਾਰਥੀਆਂ ਨੂੰ ਸ਼ਰਨ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ WHO ਨੇ ਬੁੱਧਵਾਰ ਨੂੰ ਜਾਰੀ ਇੱਕ ਗਲੋਬਲ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਦੀ ਸਿਹਤ ਨੂੰ ਲੈ ਕੇ WHO ਵੱਲੋਂ ਜਾਰੀ ਪਹਿਲੀ ਰਿਪੋਰਟ ਵਿੱਚ ਕਿਹਾ ਗਿਆ ਕਿ ਦੁਨੀਆ ਵਿੱਚ ਹਰੇਕ 8 ਵਿੱਚੋਂ 1 ਵਿਅਕਤੀ ਪ੍ਰਵਾਸੀ ਹੈ ਅਤੇ ਇਹ ਦੁਨੀਆ ਦੀ ਕਰੀਬ 1 ਅਰਬ ਆਬਾਦੀ ਹੈ। WHO ਦੇ ਡਾਇਰੈਕਟਰ ਜਨਰਲ ਡਾਕਟਰ ਟੇਡਰੋਸ ਘੈਬ੍ਰੇਯੇਸਸ ਨੇ ਕਿਹਾ ਕਿ ਇਹ ਪਹਿਲੀ ਰਿਪੋਰਟ ਹੈ ਜੋ ਗਲੋਬਲ ਪੱਧਰ ਤੇ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਦੀ ਸਿਹਤ ਦੀ ਸਮੀਖਿਆ ਕਰਦੀ ਹੈ। ਇਹ ਤੁਰੰਤ ਅਤੇ ਸਮੂਹਿਕ ਕਾਰਵਾਈ ਦੀ ਮੰਗ ਕਰਦੀ ਹੈ ਤਾਂ ਕਿ ਉਹਨਾਂ ਨੂੰ ਸਿਹਤ ਸੇਵਾਵਾਂ ਯਕੀਨੀ ਦਿੱਤੀਆਂ ਜਾ ਸਕਣ। ਇਹ ਖਰਾਬ ਸਿਹਤ ਦੇ ਬੁਨਿਆਦੀ ਕਾਰਨਾਂ ਨਾਲ ਨਜਿੱਠਣ ਅਤੇ ਸਿਹਤ ਪ੍ਰਣਾਲੀਆਂ ਨੂੰ ਠੀਕ ਕਰਨ ਲਈ ਵਿਸ਼ਵ ਵੱਲੋਂ ਤੇਜ਼ੀ ਨਾਲ ਕਾਰਵਾਈ ਕੀਤੇ ਜਾਣ ਦੀ ਲੋੜ ਵੀ ਦੱਸਦੀ ਹੈ। ਰਿਪੋਰਟ ਮੁਤਾਬਿਕ ਭਾਰਤ, ਬੰਗਲਾਦੇਸ਼ ਅਤੇ ਥਾਈਲੈਂਡ ਦੱਖਣੀ ਪੂਰਬ ਏਸ਼ੀਆ ਖੇਤਰ ਦੇ 3 ਚੋਟੀ ਦੇ ਦੇਸ਼ ਹਨ ਜਿਨ੍ਹਾਂ ਨੇ 2020 ਦੌਰਾਨ ਸਭ ਤੋਂ ਜ਼ਿਆਦਾ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਸ਼ਰਨ ਦਿੱਤੀ। ਰਿਪੋਰਟ ਮੁਤਾਬਿਕ ਭਾਰਤ ਵਿੱਚ 48,78,704 ਅੰਤਰਰਾਸ਼ਟਰੀ ਪ੍ਰਵਾਸੀ ਹਨ ਜੋ ਕੁੱਲ ਆਬਾਦੀ ਦਾ 0.4% ਹਨ। ਇਨ੍ਹਾਂ ਪ੍ਰਵਾਸੀਆਂ ਵਿੱਚ 4.2% ਭਾਵ 2,07,334 ਸ਼ਰਨਾਰਥੀ ਹਨ। ਰਿਪੋਰਟ ਮੁਤਾਬਿਕ ਹੁਣ ਵੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਉੱਤਰੀ ਅਮਰੀਕਾ ਵੱਲ ਪਲਾਇਨ ਹੋ ਰਿਹਾ ਹੈ ਅਤੇ ਇਨ੍ਹਾਂ ਚੋਂ ਜ਼ਿਆਦਾਤਰ ਅਮਰੀਕਾ ਦੇ ਹੋਰ ਹਿੱਸਿਆਂ ਅਤੇ ਏਸ਼ੀਆ, ਵਿਸ਼ੇਸ਼ ਤੌਰ ਤੇ ਚੀਨ, ਭਾਰਤ ਅਤੇ ਫਿਲੀਪੀਨ ਤੋਂ ਜਾਣ ਵਾਲੇ ਲੋਕ ਹਨ। ਭਾਰਤ ਦੇਸ਼ ਨੂੰ ਆਦੀਵਾਸੀ ਫਿਰਕੇ ਤੋਂ ਪਹਿਲਾ ਰਾਸ਼ਟਰਪਤੀ ਮਿਲ ਸਕਦਾ ਹੈ। ਇਹ ਵੀ ਤੈਅ ਹੋ ਜਾਵੇਗਾ ਕਿ ਮੌਜੂਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਵਾਰਿਸ ਕੌਣ ਹੋਵੇਗਾ। ਦੇਸ਼ ਦੇ 15ਵੇਂ ਰਾਸ਼ਟਰਪਤੀ ਦੀ ਚੋਣ ਲਈ ਸੋਮਵਾਰ ਯਾਨੀ 18 ਜੁਲਾਈ ਨੂੰ ਮਤਦਾਨ ਹੋਇਆ ਸੀ। ਅੱਜ ਸਵੇਰੇ 11 ਵਜੇ ਤੋਂ ਸੰਸਦ ਭਵਨ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਸ਼ਾਮ ਤੱਕ ਨਤੀਜੇ ਵੀ ਆ ਜਾਣ ਦੀ ਉਮੀਦ ਹੈ। ਚੋਣ ਮੈਦਾਨ ਵਿੱਚ ਹਾਕਮ NDA ਵੱਲੋਂ ਦ੍ਰੋਪਦੀ ਮੁਰਮੂ ਤੇ ਵਿਰੋਧੀ ਧਿਰ ਵੱਲੋਂ ਯਸ਼ਵੰਤ ਸਿਨਹਾ ਮੈਦਾਨ ਵਿੱਚ ਹਨ। ਮੁਰਮੂ ਦਾ ਪਾਸਾ ਸਪਸ਼ਟ ਰੂਪ ਨਾਲ ਭਾਰੀ ਹੈ ਤੇ ਉਹਨਾਂ ਦਾ ਚੁਣਿਆ ਜਾਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਚੁਣੇ ਜਾਣ ਤੇ ਉਹ ਦੇਸ਼ ਵਿੱਚ ਪ੍ਰਮੁੱਖ ਸੰਵਿਧਾਨਿਕ ਅਹੁਦੇ ਤੇ ਕਾਬਜ਼ ਹੋਣ ਵਾਲੀ ਪਹਿਲੀ ਆਦੀਵਾਸੀ ਮਹਿਲਾ ਹੋਣਗੇ। ਰਾਮਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ ਤੇ ਨਵੇਂ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ 25 ਜੁਲਾਈ ਨੂੰ ਹੋਵੇਗਾ। ਚੋਣਾਂ ਲਈ ਮੁੱਖ ਰਿਟਰਨਿੰਗ ਅਧਿਕਾਰੀ ਰਾਜ ਸਭਾ ਦੇ ਜਨਰਲ ਸਕੱਤਰ PC ਮੋਦੀ ਦੀ ਨਿਗਰਾਨੀ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ। ਸੰਸਦ ਭਵਨ ਵਿੱਚ ਕਮਰਾ ਨੰਬਰ 63 ਨੂੰ ਸਟਰੋਂਗ ਰੂਮ ਬਣਾਇਆ ਗਿਆ ਹੈ। ਸਾਰੇ ਸੂਬਿਆਂ ਤੋਂ ਮੰਗਲਵਾਰ ਨੂੰ ਹੀ ਬੈਲਟ ਬਾਕਸ ਸੰਸਦ ਭਵਨ ਵਿੱਚ ਪਹੁੰਚ ਗਏ ਸਨ। ਸੰਸਦ ਮੈਂਬਰਾਂ ਦੇ ਵੋਟਾਂ ਦੀ ਗਿਣਤੀ ਹੋਣ ਤੋਂ ਬਾਅਦ ਮੋਦੀ ਰੁਝਾਨਾਂ ਦੇ ਬਾਰੇ ਜਾਣਕਾਰੀ ਦੇਣਗੇ। ਉਸ ਤੋਂ ਬਾਅਦ 10 ਸੂਬਿਆਂ ਦੀ ਵੋਟਾਂ ਦੀ ਗਿਣਤੀ ਤੋਂ ਬਾਅਦ ਮੁੜ ਰੁਝਾਨ ਬਾਰੇ ਦੱਸਣਗੇ। 20 ਸੂਬਿਆਂ ਦੀ ਵੋਟਾਂ ਦੀ ਗਿਣਤੀ ਪਿੱਛੋਂ ਇੱਕ ਵਾਰੀ ਮੁੜ ਉਹ ਨਵੀਂ ਜਾਣਕਾਰੀ ਦੇਣਗੇ ਤੇ ਉਸ ਤੋਂ ਬਾਅਦ ਸਾਰੀਆਂ ਵੋਟਾਂ ਦੀ ਗਿਣਤੀ ਪਿੱਛੋਂ ਆਖਰੀ ਫੈਸਲੇ ਦਾ ਐਲਾਨ ਕਰਨਗੇ। ਪਿਛਲੇ 3 ਮਹੀਨਿਆਂ ਤੋਂ ਜਾਰੀ ਸਿਆਸੀ ਤੇ ਆਰਥਿਕ ਸੰਕਟ ਦਰਮਿਆਨ ਸੰਸਦ ਨੇ ਨਿਗਰਾਨ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੂੰ ਅੱਜ ਸ਼੍ਰੀਲੰਕਾ ਦਾ ਨਵਾਂ ਰਾਸ਼ਟਰਪਤੀ ਚੁਣ ਲਿਆ। 6 ਵਾਰ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਰਹੇ ਵਿਕਰਮਸਿੰਘੇ ਨੂੰ 225 ਮੈਂਬਰੀ ਸਦਨ ਵਿੱਚ 134 ਵੋਟਾਂ ਪਈਆਂ। ਉਹਨਾਂ ਦੇ ਨੇੜਲੇ ਰਵਾਇਤੀ ਵਿਰੋਧੀ ਤੇ ਬਾਗੀ ਸੱਤਾਧਾਰੀ ਪਾਰਟੀ ਦੇ ਆਗੂ ਡੁਲਾਸ ਅਲਾ ਪਪੇਰੂਮਾ ਨੂੰ 82 ਵੋਟ ਪਏ, ਜਦੋਂ ਕਿ ਖੱਬੇ ਪੱਖੀ ਜਨਤਾ ਵਿਮੁਕਤੀ ਪੇਰਾਮੁਨਾ ਆਗੂ ਅਨੂਰਾ ਕੁਮਾਰਾ ਦਿਸਸ ਨਾਨਾ ਇਕੇ ਨੂੰ ਮਹਿਜ਼ 3 ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਸਪੀਕਰ ਮਹਿੰਦਾ ਯਾਪਾ ਅਭੈ ਵਰਧਨਾ ਨੇ ਨਤੀਜਿਆਂ ਦਾ ਐਲਾਨ ਕੀਤਾ। ਰਾਸ਼ਟਰਪਤੀ ਚੁਣੇ ਜਾਣ ਮਗਰੋਂ ਵਿਕਰਮਸਿੰਘੇ ਨੇ ਜਮਹੂਰੀ ਕਦਰਾਂ ਕੀਮਤਾਂ ਦੀ ਬਹਾਲੀ ਲਈ ਸੰਸਦ ਦਾ ਧੰਨਵਾਦ ਕੀਤਾ। ਉਹਨਾਂ ਰਿਵਾਇਤੀ ਵਿਰੋਧੀ ਉਮੀਦਵਾਰਾਂ ਸਣੇ ਸਾਬਕਾ ਰਾਸ਼ਟਰਪਤੀਆਂ ਮਹਿੰਦਾ ਰਾਜਪਕਸ਼ੇ ਤੇ ਮੈਤਰੀਪਾਲ ਸਿਰੀਸੈਨਾ ਤੋਂ ਮੁਲਕ ਨੂੰ ਦਰਪੇਸ਼ ਆਰਥਿਕ ਸੰਕਟ ਚੋਂ ਉਭਰਨ ਲਈ ਹਿਮਾਇਤ ਮੰਗੀ। ਉਹਨਾਂ ਤਾਮਿਲ ਆਗੂਆਂ ਨੂੰ ਵੀ ਆਪਣੇ ਨਾਲ ਜੁੜਨ ਦੀ ਅਪੀਲ ਕੀਤੀ। ਇਸ ਦੌਰਾਨ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਵਿਕਰਮਸਿੰਘੇ ਦੇ ਅਸਤੀਫੇ ਦੀ ਮੰਗ ਦੁਹਰਾਈ ਹੈ। ਵਿਕਰਮਸਿੰਘੇ ਨੇ ਕਿਹਾ, ਹੁਣ ਜਦੋਂ ਚੋਣਾਂ ਦਾ ਅਮਲ ਮੁਕੰਮਲ ਹੋ ਗਿਆ, ਸਾਨੂੰ ਇਹ ਵੱਡੀਆਂ ਖਤਮ ਕਰਨੀਆਂ ਪੈਣਗੀਆਂ। ਅੱਜ ਤੋਂ ਮੈਂ ਤੁਹਾਡੇ ਨਾਲ ਸੰਵਾਦ ਲਈ ਤਿਆਰ ਹਾਂ।
ਉਹਨਾਂ ਕਿਹਾ ਕਿ ਦੇਸ਼ ਸੰਕਟਮਈ ਹਾਲਾਤ ਵਿੱਚੋਂ ਲੰਘ ਰਿਹਾ ਸੀ ਤੇ ਨੌਜਵਾਨ ਤਬਦੀਲੀ ਲਈ ਦੁਹਾਈ ਦੇ ਰਹੇ ਸਨ। ਵਿਦੇਸ਼ੀ ਕਰੰਸੀ ਦੀ ਤੋੜ ਕਰਕੇ ਆਰਥਿਕ ਸੰਕਟ ਵਿੱਚ ਘਿਰੇ ਮੁਲਕ ਨੂੰ ਮੁੜ ਪੈਰਾਂ ਸਿਰ ਕਰਨ ਲਈ ਕੌਮਾਂਤਰੀ ਮੁਦਰਾ ਫੰਡ ਨਾਲ ਅਹਿਮ ਗੱਲਬਾਤ ਦੀ ਅਗਵਾਈ ਕਰਨ ਵਾਲੇ ਵਿਕਰਮਸਿੰਘੇ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਗੱਲਬਾਤ ਸਿਰੇ ਲੱਗਣ ਦੇ ਨੇੜੇ ਹੈ। ਨਵੇਂ ਰਾਸ਼ਟਰਪਤੀ ਵਿਕਰਮਸਿੰਘੇ ਦਾ ਕਾਰਜਕਾਲ ਨਵੰਬਰ 2024 ਤੱਕ ਹੋਵੇਗਾ। ਖੇਤੀ ਸੁਧਾਰ ਦੇ 3 ਕਾਨੂੰਨਾਂ ਤੇ MSP ਨੂੰ ਲੈ ਕੇ 1 ਸਾਲ ਤੋਂ ਜ਼ਿਆਦਾ ਸਮੇਂ ਤੱਕ ਦਿੱਲੀ ਦੀ ਘੇਰਾਬੰਦੀ ਕਰਕੇ ਅੰਦੋਲਨ ਕਰਨ ਵਾਲੇ ਸੰਯੁਕਤ ਕਿਸਾਨ ਮੋਰਚਾ ਵਿੱਚ ਤਰੇੜ ਆ ਚੁੱਕੀ ਹੈ। ਮੋਰਚਾ ਹੁਣ ਇਹੀ ਤੈਅ ਕਰਨ ਦੀ ਹਾਲਤ ਵਿੱਚ ਨਹੀਂ ਕਿ ਸਰਕਾਰ ਵੱਲੋਂ MSP ਘੱਟੋ-ਘੱਟ ਸਮਰਥਨ ਮੁੱਲ ਤੇ ਬਣੀ ਕਮੇਟੀ ਵਿੱਚ ਉਸ ਦਾ ਨੁਮਾਇੰਦਾ ਕੌਣ ਹੋਵੇਗਾ। ਕਮੇਟੀ ਲਈ ਨਾਂ ਭੇਜਣ ਨੂੰ ਲੈ ਕੇ ਉਸ ਵਿਚਾਲੇ ਨਾ ਤਾਂ ਪਹਿਲਾਂ ਸਹਿਮਤੀ ਬਣੀ ਸੀ ਤੇ ਨਾ ਹੁਣ। ਸਰਕਾਰ ਵੱਲੋਂ ਐਲਾਨੀ ਕਮੇਟੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ 3 ਮੈਂਬਰਾਂ ਲਈ ਥਾਂ ਖਾਲੀ ਰੱਖੀ ਗਈ ਹੈ। ਫਿਰ ਵੀ ਮੋਰਚੇ ਦੀਆਂ ਭਾਈਵਾਲ ਜਥੇਬੰਦੀਆਂ ਵਿਚਾਲੇ ਇਸ ਨੂੰ ਲੈ ਕੇ ਕੋਈ ਹਲਚਲ ਨਹੀਂ ਹੈ। ਅਸਲੀਅਤ ਇਹ ਹੈ ਕਿ ਆਪਸ ਵਿੱਚ ਹੀ ਉਲਝੀਆਂ ਕਿਸਾਨ ਜਥੇਬੰਦੀਆਂ ਇਹ ਤੈਅ ਕਰਨ ਦੀ ਹਾਲਤ ਵਿੱਚ ਨਹੀਂ ਹਨ ਕਿ ਉਹਨਾਂ ਵੱਲੋਂ ਕੌਣ ਬੋਲੇ, ਕਿਸ ਦਾ ਨਾਂ ਭੇਜਣ ਤੇ ਭੇਜੇ ਤਾਂ ਕੌਣ ਭੇਜੇ। ਸੰਯੁਕਤ ਕਿਸਾਨ ਮੋਰਚੇ ਤਾਂ ਅੰਦੋਲਨ ਖਤਮ ਹੋਣ ਦੇ ਨਾਲ ਹੀ ਟੁੱਟਣ ਲੱਗ ਪਏ ਸਨ। ਫਿਲਹਾਲ ਤਾਂ ਹਾਲਾਤ ਇਹ ਹਨ ਕਿ ਕਿਸਾਨ ਮੋਰਚੇ ਦੇ ਭਾਈਵਾਲ ਆਪਣੀ ਦਫਲੀ ਤੇ ਆਪਣਾ ਰਾਗ ਵਜਾ ਰਹੇ ਹਨ। ਕਿਸਾਨ ਮੋਰਚੇ ਦੇ ਮੁੱਖ ਭਾਈਵਾਲਾਂ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਪੰਜਾਬ ਦੀ ਸਿਆਸਤ ਵਿੱਚ ਕੁੱਦ ਪਈਆਂ। ਅੰਦੋਲਨ ਦੀ ਕਾਮਯਾਬੀ ਨੂੰ ਦੇਖਦੇ ਹੋਏ ਉਹਨਾਂ ਨੇ ਚੋਣ ਮੈਦਾਨ ਵਿੱਚ ਜਿੱਤਣ ਦਾ ਐਲਾਨ ਕਰ ਦਿੱਤਾ। ਮੋਰਚੇ ਨੂੰ ਗੈਰ ਸਿਆਸੀ ਦੱਸਣ ਵਾਲੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਤੋਂ ਕਿਨਾਰਾ ਕਰ ਲਿਆ, ਜਦਕਿ ਅੰਦੋਲਨ ਦੇ ਆਖਰੀ ਦੌਰ ਵਿੱਚ ਹਰਿਆਣਾ ਦੇ ਗੁਰਨਾਮ ਸਿੰਘ ਚੜੂਨੀ ਨਾਲ ਪੰਜਾਬ ਦੇ ਕਿਸਾਨ ਆਗੂਆਂ ਦੇ ਮਤਭੇਦ ਡੂੰਘੇ ਹੋ ਗਏ। ਇੱਕ ਦੂਜੇ ਖਿਲਾਫ ਗੰਭੀਰ ਦੋਸ਼ ਲਗਾਏ ਜਾਣ ਲੱਗੇ ਸਨ। ਨੈਸ਼ਨਲ ਹੈਰਾਲਡ ਮਾਮਲੇ ਵਿੱਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ ED ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਈ। ਸੋਨੀਆ ਗਾਂਧੀ ਦੇ ED ਦਫ਼ਤਰ ਵਿੱਚ ਪੇਸ਼ ਹੋਣ ਨੂੰ ਲੈ ਕੇ ਕਾਂਗਰਸ ਵਿੱਚ ਗੁੱਸਾ ਹੈ। ED ਦੇ ਸੰਮਨ ਨੂੰ ਲੈ ਕੇ ਦੇਸ਼ ਭਰ ਵਿੱਚ ਕਾਂਗਰਸੀ ਵਰਕਰ ਪ੍ਰਦਰਸ਼ਨ ਕਰ ਰਹੇ ਨੇ। ਦੂਜੇ ਪਾਸੇ ਭਾਜਪਾ ਨੇ ਕਾਂਗਰਸ ਤੇ ਹਮਲਾ ਬੋਲਿਆ ਹੈ। ਭਾਜਪਾ ਨੇਤਾ ਰਵੀ ਸ਼ੰਕਰ ਪ੍ਰਸਾਦ ਨੇ ਵੀਰਵਾਰ ਸਵੇਰੇ ਪ੍ਰੈਸ ਕਾਨਫਰੰਸ ਕਰਕੇ ਗਾਂਧੀ ਪਰਿਵਾਰ ਤੇ ਸਿੱਧਾ ਹਮਲਾ ਕੀਤਾ। ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਹ ਕੋਈ ਕਾਂਗਰਸ ਦਾ ਸੱਤਿਆਗ੍ਰਹਿ ਨਹੀਂ ਹੈ, ਇਹ ਦੇਸ਼ ਦੇ ਕਾਨੂੰਨਾਂ ਅਤੇ ਦੇਸ਼ ਦੀਆਂ ਸੰਸਥਾਵਾਂ ਦੇ ਖਿਲਾਫ ਇੱਕ ਗੁੰਡਾਗਰਦੀ ਹੈ। ਸੋਨੀਆ ਜੀ ਅਤੇ ਰਾਹੁਲ ਗਾਂਧੀ ਇਸ ਮਾਮਲੇ ਵਿੱਚ ਜ਼ਮਾਨਤ ਤੇ ਹਨ। ਉਹਨਾਂ ਤੇ ਵੀ ਧੋਖਾਧੜੀ ਦਾ ਦੋਸ਼ ਹੈ। ਉਹਨਾਂ ਕਿਹਾ, ਇੱਕ ਪਾਸੇ ਅਸੀਂ ਹਾਂ ਜੋ ਕਾਨੂੰਨ ਸੰਸਥਾਵਾਂ ਦਾ ਸਨਮਾਨ ਕਰਦੇ ਹਾਂ, ਦੂਜੇ ਪਾਸੇ ਉਹਨਾਂ ਦੇ ਵਿਵਹਾਰ ਨੂੰ ਦੇਖੋ। ਉਹਨਾਂ ਦਾ ਮੁੱਖ ਮੰਤਰੀ ਦਿੱਲੀ ਵਿੱਚ ਬੈਠਾ ਹੈ। ਸਾਰੇ ਸੰਸਦ ਸਦਨ ਛੱਡ ਕੇ ED ਅਤੇ ਹੋਰ ਸੰਸਥਾਵਾਂ ਨੂੰ ਉਹਨਾਂ ਦੇ ਸਮਰਥਨ ਵਿੱਚ ਨਿਰਾਸ਼ ਕਰ ਰਹੇ ਨੇ। ਨੈਸ਼ਨਲ ਹੈਰਾਲਡ ਦੀ ਸਾਰੀ ਜਾਇਦਾਦ ਗੈਰ ਕਾਨੂੰਨੀ ਢੰਗ ਨਾਲ ਯੰਗ ਇੰਡੀਆ ਨੂੰ ਦਿੱਤੀ ਗਈ ਸੀ। ਨੈਸ਼ਨਲ ਹੈਰਾਲਡ ਕੋਲ ਹਜ਼ਾਰਾਂ ਕਰੋੜ ਰੁਪਏ ਦੀ ਜਾਇਦਾਦ ਹੈ। ਕਈ ਸ਼ਹਿਰਾਂ ਵਿੱਚ ਇਹ ਜਾਇਦਾਦ ਹੈ ਜਿਨ੍ਹਾਂ ਦੀ ਜ਼ਮੀਨ ਕਾਂਗਰਸ ਸਰਕਾਰਾਂ ਨੇ ਸਸਤੇ ਭਾਅ ਤੇ ਦਿੱਤੀ ਸੀ। ਇਹ ਹਜ਼ਾਰਾਂ ਕਰੋੜ ਰੁਪਏ ਦਾ ਕਿਰਾਇਆ ਕਮਾਉਂਦਾ ਹੈ। ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਮਨਪ੍ਰੀਤ ਮਨੂ ਅਤੇ ਜਗਰੂਪ ਰੂਪਾ ਦਾ ਬੀਤੇ ਦਿਨ ਯਾਨੀ ਕਿ ਬੁੱਧਵਾਰ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਪਿੰਡ ਪਕਨਾ ਵਿੱਚ ਐਨਕਾਊਂਟਰ ਕਰ ਦਿੱਤਾ। ਇਹ ਦੋਵੇਂ ਗੈਂਗਸਟਰ ਪਾਕਿਸਤਾਨ ਜਾਣ ਦੀ ਫਿਰਾਕ ਵਿੱਚ ਸਨ। ਇਹੀ ਕਾਰਨ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਭਾਰਤ-ਪਾਕ ਸਰਹੱਦ ਨਾਲ ਲੱਗਦੇ ਪਿੰਡ ਹੁਸ਼ਿਆਰ ਨਗਰ ਵਿੱਚ ਇੰਨਾ ਹਰਕਤ ਵੇਖਣ ਨੂੰ ਮਿਲੀ ਸੀ। ਪੰਜਾਬ ਪੁਲਿਸ ਨੂੰ ਇਸ ਦੀ ਸੂਹ ਮਿਲਦੇ ਸਾਰੇ ਬੀਤੇ ਦਿਨ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਵੱਡੀ ਕਾਰਵਾਈ ਕੀਤੀ ਗਈ, ਜਿਸ ਵਿੱਚ ਦੋਵੇਂ ਸ਼ਾਰਪ ਸ਼ੂਟਰ ਮਾਰੇ ਗਏ। ਇਸ ਪੂਰੇ ਆਪਰੇਸ਼ਨ ਨੂੰ ਕਰੀਬ 6 ਘੰਟੇ ਲੱਗੇ ਸਨ ਅਤੇ ਇਹਨਾਂ ਦੋਹਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ। ਇਸ ਦੌਰਾਨ ਮਹਿਲਾ ਕਮਾਂਡੋ ਸਮੇਤ ਕੁੱਲ 900 ਪੁਲਿਸ ਕਰਮਚਾਰੀ ਤੈਨਾਤ ਰਹੇ ਅਤੇ ਕਰੀਬ 700 ਰਾਉਂਡ ਫਾਇਰਿੰਗ ਕੀਤੀ ਗਈ। ਸਵੇਰੇ 10:10 ਤੇ ਮੱਕੀ ਦੇ ਖੇਤਾਂ 'ਚ ਬਣੀ ਹਵੇਲੀ ਵਿੱਚ ਗੈਂਗਸਟਰ ਹੋਏ ਦਾਖਲ। ਸਵੇਰੇ 10:15 ਤੇ ਹਵੇਲੀ ਦੇ ਬਾਹਰ 6 ਪੁਲਿਸ ਮੁਲਾਜ਼ਮ ਸਿਵਲ ਵਰਦੀ ਵਿੱਚ ਪਹੁੰਚੇ। ਉਹਨਾਂ ਨੇ ਨੇੜੇ ਦੇ ਘਰ ਵਿੱਚ ਲੋਕਾਂ ਨੂੰ ਬਾਹਰ ਨਾ ਨਿਕਲਣ ਦੀ ਹਿਦਾਇਤ ਦਿੱਤੀ। ਸਵੇਰੇ 10:35 ਤੇ ਕੋਠੀ ਤੋਂ 400 ਮੀਟਰ ਦੂਰ LMG ਲਗਾਈ ਗਈ। ਇਹ ਸਾਰੇ ਦਰਖਤਾਂ ਦੀ ਆੜ ਵਿੱਚ ਸੈੱਟ ਕੀਤੀ ਗਈ। ਸਵੇਰੇ 10:40 ਤੇ ਅਫਸਰਾਂ ਨੇ ਰੂਪਾ ਅਤੇ ਮੰਨੂ ਨੂੰ ਚਾਰੋਂ ਪਾਸੇ ਤੋਂ ਘਿਰੇ ਹੋਣ ਦੀ ਚੇਤਾਵਨੀ ਦੇ ਕੇ ਸਰੈਂਡਰ ਕਰਨ ਦੀ ਅਨਾਉਂਸਮੈਂਟ ਕੀਤੀ। ਸਵੇਰੇ 10:45 ਤੇ ਹਵੇਲੀ ਦੇ ਅੰਦਰ ਫਾਇਰਿੰਗ ਹੋਣ ਲੱਗੀ। ਦੁਪਹਿਰੇ 12:15 ਤੇ ਪੁਲਿਸ ਦੇ ਮੁਲਾਜ਼ਮ ਮੱਕੀ ਦੇ ਖੇਤਾਂ 'ਚ ਭਰੇ ਪਾਣੀ 'ਚ ਹੁੰਦੇ ਹੋਏ ਹਵੇਲੀ ਵੱਲ ਵਧੇ, ਪਰ ਰੂਪਾ ਅਤੇ ਮਨੂ ਨੇ ਫਾਇਰਿੰਗ ਕਰ ਦਿੱਤੀ। 3 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਦੁਪਹਿਰ 2:20 ਤੇ
ਫਾਇਰਿੰਗ ਰੋਕ ਦਿੱਤੀ ਅਤੇ ਲਾਊਡ ਸਪੀਕਰ ਨਾਲ ਫਿਰ ਤੋਂ ਆਤਮ ਸਮਰਪਣ ਕਰਨ ਦੀ ਗੱਲ ਕਹੀ ਗਈ, ਪਰ ਹਵੇਲੀ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਦੁਪਹਿਰ 2:30 ਤੇ ਪੁਲਿਸ ਨੇ ਦੁਬਾਰਾ ਫਾਇਰਿੰਗ ਸ਼ੁਰੂ ਕੀਤੀ। ਦੁਪਹਿਰ 3:10 ਤੇ ਹਵੇਲੀ ਅੰਦਰੋਂ ਫਾਇਰਿੰਗ ਬੰਦ ਕਰ ਦਿੱਤੀ ਗਈ। ਪੁਲਿਸ ਨੇ ਵੀ ਫਾਇਰਿੰਗ ਬੰਦ ਕਰ ਦਿੱਤੀ। ਦੁਪਹਿਰ 3:25 ਤੇ ਪੁਲਿਸ ਮੁਲਾਜ਼ਮ ਕੋਠੀ ਵਿੱਚ ਹੌਲੀ-ਹੌਲੀ ਅੰਦਰ ਦਾਖਲ ਹੋਏ। ਉਹਨਾਂ ਨੇ ਪੂਰੀ ਸਾਵਧਾਨੀ ਨਾਲ ਅੰਦਰ ਜਾਣਾ ਸ਼ੁਰੂ ਕੀਤਾ। ਕੁਝ ਜਵਾਨ ਹਵੇਲੀ ਦੀ ਛੱਤ ਤੇ ਪਹੁੰਚੇ। ਗੈਂਗਸਟਰ ਰੂਪਾ ਅਤੇ ਮਨੂ ਦੀਆਂ ਲਾਸ਼ਾਂ ਪੁਲਿਸ ਨੂੰ ਮਿਲੀਆਂ। ਦੁਪਹਿਰ 4:15 ਤੇ ADGP ਪ੍ਰਮੋਦ ਨੇ ਦੋਹਾਂ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।